ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਪਿਛਲੀ ਵੀਡੀਓ ਦੇ ਵਿੱਚ ਅਸੀਂ ਦੋ ਘਾਤੀ ਸਮੀਕਰਨਾਂ ਦੇ ਮੂਲ ਕਿਵੇਂ ਪਤਾ ਕਰਦੇ ਹਾਂ ਪੂਰਨ ਵਰਗ ਵਿਧੀ ਦੇ ਨਾਲ ਅਤੇ ਦੋ ਘਾਤੀ ਸੂਤਰ ਨੂੰ ਵਰਤ ਕੇ ਅਸੀਂ ਕਿਵੇਂ ਮੂਲ ਪਤਾ ਕਰ ਸਕਦੇ ਦੋ ਘਾਤੀ ਸਮੀਕਰਨ ਦੇ, ਉਹ ਅਸੀਂ ਸਮਝਿਆ ਸੀ। ਉਹਦੇ ਨਾਲ ਦੇ ਸਵਾਲ ਵੀ ਹੱਲ ਕੀਤੇ ਸਨ। तो ਅੱਜ ਉਸ ਤੋਂ ਬਾਅਦ ਅਗਲੇ ਸਵਾਲ ਜਿਹੜੇ ਅਸੀਂ ਉਹ ਹੱਲ ਕਰਾਂਗੇ। तो ਅੱਜ ਦੀ ਵੀਡੀਓ ਦਾ ਪਹਿਲਾ ਸਵਾਲ ਸਾਡੇ ਕੋਲ ਹੈ, ਹੇਠਾਂ ਲਿਖੀਆਂ ਸਮੀਕਰਨਾਂ ਦੇ ਮੂਲ ਪਤਾ ਕਰੋ। x - 1/x = 3, x is not equal to 0, x ਜਿਹੜਾ 0 ਦੇ ਬਰਾਬਰ ਨਹੀਂ ਹੋ ਸਕਦਾ ਇਹਦੇ ਵਿੱਚ। ਤੇ ਦੂਸਰਾ ਸਵਾਲ ਸਾਡੇ ਕੋਲ ਹੈ 1/x - 4 - 1/x - 7 ਬਰਾਬਰ 11/30। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਪਹਿਲਾ ਸਵਾਲ ਜਿਹੜਾ ਇਹ ਹੱਲ ਕਰਦੇ ਹਾਂ। तो पहला सवाल साडे कोल है x - 1/x बराबर 3। ਇਹਦੇ ਚ x बराबर 0 जो है x बराबर 0 नहीं है, ਇਹਦਾ ਸਿਰਫ ਇਹ ਮਤਲਬ ਹੈ ਕਿਉਂਕਿ ਇੱਥੇ ਸਾਡੇ ਕੋਲ 1/x ਸਾਡੇ ਕੋਲ ਟਰਮ ਜਿਹੜੀ ਹੈਗੀ ਹੈ, तो ਇਹਦੇ ਜਿਹੜਾ ਹਰ ਦੇ ਵਿੱਚ 0 ਨਹੀਂ ਹੋ ਸਕਦਾ ਕਿਉਂਕਿ 1/0 ਫਿਰ ਪਰਿਭਾਸ਼ਿਤ ਨਹੀਂ ਹੋਏਗਾ। ਠੀਕ ਹੈ, ਇਸ ਲਈ ਨਾਲ ਇਹ ਚੀਜ਼ ਜਿਹੜੀ ਦਿੱਤੀ ਗਈ ਹੈ ਕਿ x ਜਿਹੜਾ 0 ਨਹੀਂ ਹੋ ਸਕਦਾ। ਠੀਕ ਹੈ, तो सब तो पहला ਅਸੀਂ LCM ਇਹਦੇ ਚ ਲਵਾਂਗੇ। ठीक है, फिर ਇਹਦੀ ਦੋ ਘਾਤੀ ਸਮੀਕਰਨ ਜਦੋਂ ਬਣੇਗੀ ਤਾਂ ਉਹਨੂੰ ਅਸੀਂ ਹੱਲ ਕਰਾਂਗੇ। ठीक है, तो ये x ਨੂੰ इधर मल्टीप्लाई करांगे, ਸਾਡੇ ਕੋਲ ਬਣ ਜਾਏਗਾ x² - 1। ठीक है, ਹੇਠਾਂ x बराबर 3। तो ਹੁਣ ਅਸੀਂ x ਨੂੰ इधर मल्टीप्लाई कर देंगे दूसरी साइड ਤੇ ਸਾਡੇ ਕੋਲ x² - 1 = 3x ਬਣ ਜਾਏਗਾ। हाँ जी, it implies x² - 3x -1 = 0। ठीक है, ये ਸਾਡੇ ਕੋਲ ਦੋ ਘਾਤੀ ਸਮੀਕਰਨ ਹੈ ਹੁਣ ਜਿਹਦੇ ਅਸੀਂ ਮੂਲ ਪਤਾ ਕਰਨੇ ਨੇ। तो ਮੂਲ ਪਤਾ ਕਰਨ ਦੇ ਲਈ ਅਸੀਂ ਦੋ ਘਾਤੀ ਸੂਤਰ ਦੀ ਵਰਤੋਂ ਵੀ ਕਰ ਸਕਦੇ ਹਾਂ, ਕੁਆਡਰੇਟਿਕ ਫਾਰਮੂਲੇ ਦੀ ਵੀ, ਤੇ ਨਾਲ ਜਿਹੜਾ ਕੰਪਲੀਟਿੰਗ ਦਾ ਸਕੁਆਇਰ ਮੈਥਡ ਹੈ ਸਾਡੇ ਕੋਲ ਉਹਨੂੰ ਵੀ ਅਸੀਂ ਯੂਜ਼ ਕਰ ਸਕਦੇ ਹਾਂ। ਦੋਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਯੂਜ਼ ਕਰ ਸਕਦੇ ਹਾਂ। तो ਸਾਡੇ ਕੋਲ ਦੋ ਸਵਾਲ ਨੇ, ਇੱਕ ਵਾਰ ਅਸੀਂ ਪੂਰਨ ਵਰਗ ਵਿਧੀ ਦੀ ਵਰਤੋਂ ਕਰਾਂਗੇ, ਦੂਸਰੇ ਸਵਾਲ ਦੇ ਵਿੱਚ ਅਸੀਂ ਫਿਰ ਦੋ ਘਾਤੀ ਸੂਤਰ ਦੀ ਵਰਤੋਂ ਕਰਕੇ ਉਹਨੂੰ ਹੱਲ ਕਰਾਂਗੇ। ਠੀਕ ਹੈ, तो ਇਸ ਸਮੀਕਰਨ ਦੇ ਵਿੱਚ ਦੋ ਘਾਤੀ सूत्र ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾ, ਜਦੋਂ ਅਸੀਂ ਪੂਰਨ ਵਰਗ ਵਿਧੀ ਲਗਾਉਂਦੇ ਆ ਤੇ ਸਭ ਤੋਂ ਪਹਿਲਾਂ ਸਾਡੇ ਕੋਲ x² ਜਿਹੜਾ ਹੈ ਇਹਦਾ ਕੋਐਫੀਸ਼ੀਐਂਟ, ਇਹਦਾ ਗੁਣਾਂਕ ਸਾਡੇ ਕੋਲ 1 ਹੋਣਾ ਚਾਹੀਦਾ, ਇਹਦੇ ਚ ਪਹਿਲਾਂ ਹੀ ਹੈਗਾ। ਉਸ ਤੋਂ ਬਾਅਦ x ਦਾ ਜਿਹੜਾ ਕੋਐਫੀਸ਼ੀਐਂਟ ਹੈ ਮਿਡਲ ਟਰਮ ਦਾ 3 ਹੈ ਇੱਥੇ, ਤਾਂ 3 ਦਾ ਅੱਧ ਅਸੀਂ ਕਰਾਂਗੇ, ਉਹ ਸਾਡੇ ਕੋਲ 3/2 ਹੋ ਜਾਏਗਾ। ਫਿਰ ਅਸੀਂ ਇਹਦਾ ਵਰਗ ਕਰਾਂਗੇ ਤਾਂ ਇਹ ਸਾਡੇ ਕੋਲ 9/4 ਹੋਏਗਾ। ਤਾਂ ਇਸ ਨੰਬਰ ਦੇ ਨਾਲ ਅਸੀਂ ਇਹ ਨੰਬਰ ਜਿਹੜਾ 9/4 ਹੈ ਇੱਥੇ ਜੋੜਾਂਗੇ ਵੀ ਤੇ ਇਹਦੀ ਘਟਾਓ ਵੀ ਕਰਾਂਗੇ। ਠੀਕ ਹੈ, तो ये बनेगा साढ़े कोल x² - 3x + 9/4 - 9/4 - 1 = 0। ठीक है, ये नंबर असी जोड़ भी लिया ते घटा भी लिया, और ये नंबर कित्थों आया सी, x ਦਾ ਜਿਹੜਾ ਗੁਣਾਂਕ ਸੀ ਉਹਦਾ ਅੱਧ ਕਰਕੇ ਫਿਰ ਉਹਦਾ ਵਰਗ ਕਰਕੇ ਸਾਨੂੰ ਇਹ ਨੰਬਰ ਪ੍ਰਾਪਤ ਹੋਇਆ ਸੀ। ਠੀਕ ਹੈ, तो ਇਹਦੇ ਚ ਜਿਹੜੇ ਪਹਿਲੀਆਂ ਤਿੰਨ ਟਰਮਸ ਨੇ ਇਹਨਾਂ ਨੂੰ ਅਗਰ ਅਸੀਂ ਦੇਖੀਏ ਤਾਂ ਇਹ ਸਾਡੇ ਕੋਲ x - 3/2 ਦਾ ਸਕੁਆਇਰ ਹੈ। ਠੀਕ ਹੈ, x - 3/2 ਦਾ ਵਰਗ, ਜਿਹਨੂੰ ਹੱਲ ਵੀ ਕਰੋ ਤਾਂ ਤੁਸੀਂ ਬੜੀ ਆਸਾਨੀ ਦੇ ਨਾਲ ਇਹ ਵਾਲੀ ਜਿਹੜੀ ਐਕਸਪ੍ਰੈਸ਼ਨ ਹੈ ਤੁਹਾਨੂੰ ਮਿਲ ਜਾਏਗਾ ਇਥੋਂ। ਔਰ ਦੂਜਾ ਇਸ ਤੋਂ ਬਾਅਦ ਇਹਨਾਂ ਨੂੰ ਅਸੀਂ ਜੋੜ ਲੈਣੇ ਆ, ਦੋਨਾਂ ਦਾ ਸਾਈਨ ਸਾਡੇ ਕੋਲ ਮਾਈਨਸ ਹੈ ਤੇ -9 - 4/4 ਹੋ ਜਾਏਗਾ। ਠੀਕ ਹੈ, ਇਹਦੇ ਵਿੱਚੋਂ ਮਾਈਨਸ ਅਸੀਂ ਕਾਮਨ ਲੈ ਲੈਂਦੇ ਹਾਂ, ਸਾਡੇ ਕੋਲ 9/4। ਤੇ ਇਹ ਜਿਹੜੀਆਂ ਦੂਜੀਆਂ ਟਰਮਸ ਨੇ ਇਹ ਦੋਨੋਂ ਪਦ ਨੇ, ਇਹਨਾਂ ਨੂੰ ਅਸੀਂ ਦੂਜੇ ਪਾਸੇ ਸ਼ਿਫਟ ਕਰ ਦਾਂਗੇ, ਸਾਡੇ ਕੋਲ 9/4 = 1 ਬਣ ਜਾਏਗਾ। ਠੀਕ ਹੈ, तो ਇਹ x ਘਟਾਓ 3/2 ਦਾ ਵਰਗ ਬਰਾਬਰ 9 + 4 × 4/4, तो ये 13/4 बन जाएगा। ठीक है, तो x घटाओ 3/2 ਦਾ ਵਰਗ बराबर 13/4। 13/4 ਦਾ ਅਸੀਂ ਹੁਣ ਵਰਗਮੂਲ ਲਵਾਂਗੇ, ਦੋਨੋਂ ਸਾਈਡ ਅਸੀਂ ਵਰਗਮੂਲ ਲਵਾਂਗੇ ਤਾਂ x - 3/2 ਦੀ ਜਿਹੜੀ ਕੀਮਤ ਹੈ ਇਹ ਸਾਡੇ ਕੋਲ ਆ ਜਾਏਗੀ ਵਰਗਮੂਲ 13/4। ਠੀਕ ਹੈ, तो 13 ਦਾ ਵਰਗਮੂਲ ਜਿਹੜਾ 13 ਸਾਡੇ ਕੋਲ ਇਹ ਪਰਫੈਕਟ ਸਕੁਆਇਰ ਨਹੀਂ ਹੈਗਾ, ਪੂਰਨ ਵਰਗ ਨਹੀਂ ਹੈ, तो ਇਹ ਸਾਡੇ ਕੋਲ 13 ਦਾ ਵਰਗਮੂਲ ਹੀ ਇੱਥੇ ਰਹੇਗਾ। 4 ਦਾ ਵਰਗਮੂਲ ਜਦੋਂ ਅਸੀਂ ਕਰਾਂਗੇ ਉਹ ਸਾਡੇ ਕੋਲ 2 ਹੋ ਜਾਏਗਾ। ਠੀਕ ਹੈ, ਨਾਲ ਸਾਡੇ ਕੋਲ ਇੱਥੇ ਪਲੱਸ ਮਾਈਨਸ ਦੇ ਸਾਈਨ ਜਿਹੜੇ ਆ ਜਾਣਗੇ। तो एक बार ਅਸੀਂ प्लस का साइन लेना, एक बार माइनस का, ਉਹਦੇ ਤੋਂ ਸਾਡੇ ਕੋਲ ਦੋ ਮੂਲ ਹੈ ਜਿਹੜੇ ਉਹ ਦੋ ਘਾਤੀ ਸਮੀਕਰਨ ਦੇ ਬਣ ਜਾਣਗੇ। ਠੀਕ ਹੈ, तो x - 3/2 बराबर वर्गमूल 13/2
ਤੇ ਦੂਜਾ ਹੈ ਸਾਡੇ ਕੋਲ x ਮਾਈਨਸ 3/2 ਬਰਾਬਰ ਮਾਈਨਸ ਵਰਗਮੂਲ 13/2। ठीक है, तो 3/2 ਨੂੰ ਅਸੀਂ ਦੂਜੇ ਪਾਸੇ ਲੈ ਜਾਾਂਗੇ, ਇਹ ਬਣ ਜਾਏਗਾ 3 ਵਰਗਮੂਲ 13/2 ਜਮਾ 3/2 और इधर साढ़े कोल बनेगा x बराबर माइनस वर्गमूल 13/2 जमा 3/2। ठीक है, माइनस 3/2 उधर जमा 3/2 हो जाएगा। तो दोनों दे हर बराबर ने, तो इनू असीं लिख सकते हैं वर्गमूल 13 जमा 3/2 और ये साढ़े कोल बन जाएगा माइनस वर्गमूल 13 स्क्वायर रूट ऑफ 13 प्लस 3/2। ठीक है, तो ये ही साढ़े कोल जिहड़े ਦਿੱਤੀ ਹੋਈ ਸਮੀਕਰਨ ਦੇ ਲੋੜੀਂਦੇ ਮੂਲ ਹਨ। ਇਹ ਲੋੜੀਂਦੇ ਮੂਲ ਹਨ। ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਸਾਡੇ ਕੋਲ 1/x ਜਮਾ 4 ਮਾਈਨਸ 1/x ਮਾਈਨਸ 7 ਬਰਾਬਰ 11/30। तो ਅਸੀਂ ਪਹਿਲਾਂ ਇਹ ਰਕਮ ਲਿਖ ਲੈਂਦੇ ਹਾਂ। ਇਹਨੂੰ ਅਸੀਂ 2 ਘਾਤੀ ਸੂਤਰ ਦੀ ਵਰਤੋਂ ਕਰਕੇ ਕੁਆਡ੍ਰੈਟਿਕ ਫਾਰਮੂਲੇ ਦੀ ਵਰਤੋਂ ਕਰਕੇ ਇਹਨੂੰ ਹੱਲ ਕਰਾਂਗੇ। ਠੀਕ, ਸਭ ਤੋਂ ਪਹਿਲਾਂ ਖੱਬੇ ਪਾਸੇ ਨੂੰ ਅਸੀਂ ਹੱਲ ਕਰਦੇ ਹਾਂ। ਤਿਰਛੀ ਗੁਣਾ ਇੱਥੇ ਅਸੀਂ ਵਰਤਾਂਗੇ x ਮਾਈਨਸ 3 ਨੂੰ ਅਸੀਂ ਇੱਧਰ ਗੁਣਾ ਕਰਾਂਗੇ, ਸਾਡੇ ਕੋਲ x ਮਾਈਨਸ 7 ਨੂੰ ਇੱਧਰ ਗੁਣਾ ਕਰਾਂਗੇ, x ਮਾਈਨਸ 7 ਹੋ ਜਾਏਗਾ। तो खब्बे पासे नूं पहला असीं सिंपलीफाई करांगे, इहदे विच x माइनस 7 इधर आ जाएगा, x माइनस 7 नूं 1 नाल गुणा कीता, फिर माइनस, फिर x जमा 4 नूं इधर गुणा कीता 1 नाल, ये साडे कोल x जमा 4 आ जाएगा वटा x जमा 4 गुणा x माइनस 7 बराबर 11/30। ठीक है, तो अगे नूं हल करदे असीं x माइनस 7 माइनस x माइनस 4 वटा थले ब्रैकेट आप दोनों इन्हों मल्टीप्लाई कर देने, एक्स स्क्वायर बनेगा एक्स स्क्वायर माइनस 7x जमा 4x माइनस 28 बराबर 11/30। इस तो बाद ये साडे कोल x दे नाल x कटिया जाएगा, माइनस 7 ते माइनस 4 ये साडे कोल माइनस 11 हो जाते हैं और वटा साडे कोल आ जाएगा एक्स स्क्वायर माइनस 3x ते माइनस 28 बराबर 11/30। ठीक है, हुण असीं इहनूं तिरछी गुणा करांगे सज्जे पासे ते खब्बे पासे जो साडे कोल टर्म्स बणियां ने। 30 नूं 11 दे नाल गुणा करांगे, 11 गुणा 30 आ जाएगा साडे कोल और दूजे पासे 11 गुणा एक्स स्क्वायर माइनस 3x माइनस 28। तो 11 दे नाल 11 जिहड़ा कटिया जाएगा साडे कोल ये बनेगा माइनस 30 बराबर एक्स स्क्वायर माइनस 3x माइनस 28। ठीक है, तो 3 नूं असीं उधर शिफ्ट कर लैने, साडे कोल 0 बराबर एक्स स्क्वायर माइनस 3x माइनस 28 प्लस 32 हो जाएगा, प्लस 30 हो जाएगा। ठीक है, तो 28 घटाओ देने 30 साडे कोल जमा देने, 30 चों 28 घटावांगे साडे कोल 2 आ जाणगे। तो फाइनल जिहड़ी साडे कोल 2 घाती समीकरण बनदी है क्वाड्रेटिक इक्वेशन वो बनेगी एक्स स्क्वायर माइनस 3x प्लस 2 बराबर 0। ठीक है, तो इनू हुण असीं 2 घाती सूत्र की वरतों करके क्वाड्रेटिक फॉर्मूले की वरतों करके इनू असीं हल करांगे। तो इस क्वाड्रेटिक इक्वेशन दे विच सब तो पहला असीं जिहड़ा इनू कंपेयर करदे हुंदे आ, इहदे नाल असीं तो इस 2 घाती समीकरण दे विच साडे कोल a दी जिहड़ी कीमत है वो 1 है। ठीक है ना, b की कीमत साडे कोल -3 है और c की कीमत साडे कोल 2 है। ठीक है, तो क्वाड्रेटिक फॉर्मूला जिहड़ा साडे कोल हुंदा है वो की हुंदा है x बराबर -b प्लस माइनस वर्गमूल होएगा b स्क्वायर माइनस 4ac बटा 2a। ठीक है, तो ये b की वैल्यू जी असी भर देंगे, b की कीमत साडे कोल -3 है, तो -1 पहले ही साडे कोल है, 1 साडे कोल माइनस अंदर आ जाएगा, -3 प्लस माइनस b स्क्वायर -3 दा वर्ग -4 a की कीमत साडे कोल 1 ते c की कीमत साडे कोल 2 वटा 2 a की कीमत 1। ठीक है,
तो माइनस माइनस प्लस हो जाएगा, इतने साडे कोल 3 आ जाएगा प्लस माइनस। ਇਹਦੇ ਚ ਪਲੱਸ ਮਾਈਨਸ ਦਾ ਸਿਰਫ ਇੰਨਾ ਮਤਲਬ ਹੁੰਦਾ, ਇੱਕ ਵਾਰ ਅਸੀਂ ਪਲੱਸ ਲੈ ਲਾਂਗੇ ਉਹਨੂੰ ਹੱਲ ਕਰ ਲਾਂਗੇ, ਇੱਕ ਵਾਰ ਮਾਈਨਸ ਲੈ ਲਾਂਗੇ ਉਹਨੂੰ ਹੱਲ ਕਰ ਲਾਂਗੇ, ਤੇ ਸਾਡੇ ਕੋਲ ਜਿਹੜੀਆਂ x ਦੀਆਂ ਦੋ ਕੀਮਤਾਂ ਇਹਦੇ ਚ ਬਣ ਜਾਣਗੀਆਂ। ਠੀਕ ਹੈ, तो -3 ਦਾ ਜਿਹੜਾ ਵਰਗ ਹੈ ਇਹ ਸਾਡੇ ਕੋਲ ਬੱਚੇ 9 ਬਣ ਜਾਏਗਾ, 3 3 9 ਔਰ 4 दूनी ਸਾਡੇ ਕੋਲ ਹੁੰਦੇ ਨੇ 8, तो -4 -8 बटा 2, तो 3 जमा घटाओ वर्गमूल ਸਾਡੇ ਕੋਲ ਇੱਥੇ 1 ਬਚ ਜਾਏਗਾ ਅੰਦਰ 2, ਕਿਉਂਕਿ 9 ਚੋਂ 8 ਕੱਢੇ 1 ਹੋਏਗਾ, तो 1 ਦਾ वर्गमूल ਸਾਡੇ ਕੋਲ 1 ਹੀ ਹੁੰਦਾ ਹੈ, तो ਇਹ ਸਾਡੇ ਕੋਲ 3 ਜਮਾ ਘਟਾਓ 1 ਬਰਾਬਰ 1 ਬਟਾ 2 ਆ ਜਾਏਗਾ। ਠੀਕ ਹੈ, 3 + -1/2, तो ਐਡਾ ਵੱਡਾ ਐਕਸਪ੍ਰੈਸ਼ਨ ਜਿਹੜਾ ਸੀ ਇਹ ਸਿਰਫ ਇਹ ਸਿੰਪਲ ਦੇ ਐਕਸਪ੍ਰੈਸ਼ਨ ਦੇ ਵਿੱਚ ਸਾਡਾ ਚੇਂਜ ਹੋ ਜਾਂਦਾ। ਠੀਕ ਹੈ, तो ਇਸ ਤੋਂ ਬਾਅਦ x ਦੀਆਂ ਜਿਹੜੀਆਂ ਕੀਮਤਾਂ ਨੇ ਉਹਦੇ ਲਈ ਅਸੀਂ ਕੀ ਕਰਾਂਗੇ, ਇੱਕ ਵਾਰ ਇੱਥੇ ਪਲੱਸ ਦਾ ਸਾਈਨ ਲਵਾਂਗੇ ਤਾਂ ਇਹ ਸਾਡੇ ਕੋਲ ਬਣ ਜਾਏਗਾ 3 + 1/2, ਦੂਜੀ ਵਾਰ ਅਸੀਂ ਇਹਦੇ ਵਿੱਚ ਮਾਈਨਸ ਦਾ ਸਾਈਨ ਲਵਾਂਗੇ, ਇਹ 3 ਘਟਾਓ 1 ਬਟਾ 2 ਬਣ ਜਾਏਗਾ। ਠੀਕ ਹੈ, तो x बराबर 3 ਤੇ 1 4 4 ਬਟਾ 2, x बराबर 2 आ जाएगा ਸਾਡੇ ਕੋਲ ਇਥੋਂ, ਔਰ ਇਹਨੂੰ ਜਦੋਂ ਸਿੰਪਲੀਫਾਈ ਕਰਾਂਗੇ ਸਾਡੇ ਕੋਲ x बराबर 2 ਬਟਾ 2, तो x ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਆ ਜਾਏਗੀ 1। ਠੀਕ ਹੈ, तो ਇਹ 1 ਅਤੇ 2 ਇਹ ਹੀ ਸਾਡੇ ਕੋਲ ਲੋੜੀਂਦੇ ਮੂਲ ਹਨ। These are the required roots of the given quadratic equation। ठीक है, ਇਹ ਲੋੜੀਂਦੇ मूल। ठीक है, तो इस ढंग दे नाल असीं इहनूं सिंपलीफाई कर सकते हैं। कोई भी चीज़ किते नहीं पता लगी तो वीडियो नूं रिपीट करके देख सकते हो, फिर भी कोई डाउट है तो नीचे कमेंट बॉक्स दे विच कमेंट करके भी दस सकते हो। इस तो बाद अगला सवाल देखते हैं। इस तो बाद अगला सवाल साडे कोल स्क्रीन दे उत्ते तुसीं देख सकते हो। चौथा सवाल है जिहड़ा इसे अभ्यास का 4.3 का। 3 साल पहला रहमान ਦੀ ਉਮਰ ਸਾਲਾਂ ਵਿੱਚ ਅਤੇ ਹੁਣ ਤੋਂ 5 ਸਾਲ ਬਾਅਦ ਦੀ ਉਮਰ ਦੇ ਉਲਟ ਕਰਮਾਂ ਦਾ ਜੋੜ 1/3 ਹੈ। ਉਸ ਦੀ ਵਰਤਮਾਨ ਉਮਰ ਪਤਾ ਕਰੋ। तो सब तो पहला ਅਸੀਂ ਇਹ ਕਰਾਂਗੇ ਕਿ ਵਰਤਮਾਨ ਉਮਰ ਜਿਹੜੀ ਰਹਿਮਾਨ ਦੀ ਉਹ ਮੰਨ ਲਓ ਸਾਡੇ ਕੋਲ x ਹੈ। ਮੰਨ ਲਓ रहमान दी वर्तमान उम्र बराबर x। ठीक है, तो 3 साल पहला फिर कितनी उम्र होएगी रहमान दी, तीन साल पहला रहमान दी उम्र बराबर x - 3 ते हुण तो 5 साल बाद रहमान दी उम्र पांच साल बाद रहमान दी उम्र ये होएगी x जमा 5। ठीक है ना, किसी बच्चे की उम्र अगर हुण 10 है तो 3 साल पहला 10 घटाओ 3 7 होएगी, ਤੇ ਹੁਣ ਤੋਂ 5 ਸਾਲ ਬਾਅਦ 10 ਜਮਾ 5 15 ਸਾਲ ਹੋਏਗੀ। ਉਸੇ ਢੰਗ ਦੇ ਨਾਲ ਆਪਾਂ x ਦੇ ਵਿੱਚੋਂ 3 ਘਟਾ ਸਕਦੇ ਹਾਂ ਤੇ 5 ਜਮਾ ਕਰ ਸਕਦੇ ਹਾਂ 3 ਸਾਲ ਪਹਿਲਾਂ ਅਤੇ 5 ਸਾਲ ਬਾਅਦ ਦੀ ਉਮਰ ਪਤਾ ਕਰਨ ਦੇ ਲਈ। ਠੀਕ ਹੈ, ਇਸ ਤੋਂ ਬਾਅਦ ਪ੍ਰਸ਼ਨ ਦੀ ਸ਼ਰਤ ਕੀ ਕਹਿੰਦੀ ਹੈ ਕਿ ਇਹਨਾਂ ਜਿਹੜੀਆਂ ਇਹ ਦੋਨੋਂ ਅਸੀਂ ਉਮਰਾਂ ਪਤਾ ਕੀਤੀਆਂ ਨੇ, ਇਹਨਾਂ ਦੀਆਂ ਉਮਰਾਂ ਦੇ ਜਿਹੜੇ ਉਲਟ ਕਰਮਾਂ ਦਾ ਜੋੜ ਹੈ ਉਹ ਸਾਡੇ ਕੋਲ 1/3 ਹੈ। तो प्रश्न अनुसार एक बटा x - 3 जमा 1/x जमा 5 ये बराबर होएगा साडे कोल 1/3 दे। ठीक है, तो तुसी देख सकते हो हुण साडे कोल ये बिल्कुल उसी ढंग दे नाल जिहड़ी साडे कोल बन गया एक व्यंजक, जिवें आपां लास्ट क्वेश्चन जिहड़ा करके आए हैं। तो इनू भी आप उसी ढंग दे नाल हल कर लवांगे। सब तो पहला इहदे विच तिरछी गुणा इस साइड करांगे, साडे कोल x जमा 5 बनेगा x - 3 नूं 1 नाल गुणा कीता है साडे कोल x - 3 आ जाएगा बटा x - 3 x जमा 5 बराबर 1/3। ठीक है, इनू इहदे नाल गुणा, इनू इहदे नाल गुणा, हर जिहड़े आपस दे विच गुणा कीते हैं। तो x जमा x ये साडे कोल 2x बन जाएगा। 5 दे विचों 3 घटाए साडे कोल जमा 2 आ जाएगा इत्थे, और हेठां भी असी मल्टीप्लाई करांगे तो x स्क्वायर बनेगा। फिर x नूं 5 नाल कीता 5x, फिर 3 नूं x नाल कीता -3x, फिर 3 नूं 5 नाल कीता -15 बराबर 1/3।
3 ठीक है। तो ये बन जाएगा साडे कोल 2x जमा 2 वटा एक्स स्क्वायर 5 ਦੇ ਵਿੱਚੋਂ 3 ਘਟਾਈਏ ਤਾਂ ਇਹ ਸਾਡੇ ਕੋਲ ਬਣ ਜਾਣਗੇ 2x ਮਾਈਨਸ 15 ਬਰਾਬਰ 1 ਵਟਾ 3 ਠੀਕ ਹੈ। तो ਹੁਣ ਅਸੀਂ ਤਿਰਛੀ ਗੁਣਾ ਕਰਕੇ ਇਹਨੂੰ ਹੱਲ ਕਰਾਂਗੇ ਅੱਗੇ 3 ਗੁਣਾ 2x ਜਮਾ 2 ਬਰਾਬਰ 1 ਗੁਣਾ x की पावर 2 जमा 2x माइनस 15 ठीक है। तो 6x जमा 6 बराबर x का वर्ग जमा 2x माइनस 15 ठीक है। तो ये 6x ते 6 दोनों ਨੂੰ ਅਸੀਂ इधर सज्जे पासे ले जाने साडे कोल 0 बराबर x की घात 2 जमा 2x माइनस 15 माइनस 6x माइनस 6 हो जाएगा ठीक है। तो ये बन जाएगा साडे कोल एक्स स्क्वायर प्लस जिहड़ा 2x ते 6x है 2 ਦੇ ਵਿੱਚੋਂ 6 ਘਟਾਵਾਂਗੇ साडे कोल घटाओ ਦੇ 4 बन जाएंगे साडे कोल इत्थे माइनस 4x आ जाएगा माइनस ਦੇ 15 ਤੇ माइनस ਦੇ 6 ने माइनस ਦਾ 1 ही बन जाएगा ठीक है। तो ਇਹਦਾ मतलब ਜਿਹੜੀ साडे कोल समीकरण सी दो घाती समीकरण ਉਹ साडे कोल x स्क्वायर प्लस x स्क्वायर माइनस 4x माइनस 21 ਜਿਹੜੀ ਉਹ बन जाती है ठीक है। तो इनू भी असी दो घाती फॉर्मूले के नाल हल करांगे। तो असी जान ये ए दी कीमत सॉरी असी पहला लिख लेने ए दी कीमत साडे कोल इहदे एक है बी दी जिहड़ी कीमत है वो साडे कोल -4 है ते सी दी जिहड़ी कीमत है वो साडे कोल -21 है ठीक है। ये असी जनरल जिहड़ी साडे कोल दो घाती समीकरण हुंदी है ax स्क्वायर प्लस bx प्लस c बराबर 0 दे नाल कंपेयर करके इहदी तुलना करके असी फिर ए बी सी दी कीमतां जिहड़ियां पता करदे हां। हुण तो ये साडे कोल हुंदा है x बराबर माइनस बी प्लस माइनस स्क्वायर रूट ऑफ बी स्क्वायर माइनस 4ac और बटा 2a ठीक है। तो ये सारियां कीमतां इत्थे भर दांगे असीं b दी जिहड़ी कीमत है साडे कोल -4 आ जाएगी प्लस माइनस स्क्वायर रूट तो इत्थे b स्क्वायर है मतलब -4 दा स्क्वायर -4 a दी कीमत 1 ते c दी कीमत साडे कोल है माइनस दे 21 बटा 2a 2 दे नाल a दी कीमत जी साडे कोल 1 है ठीक है। तो माइनस माइनस प्लस हो गया ये साडे कोल 4 आ गया प्लस माइनस वर्गमूल दे अंदर दीयां कीमतां असीं देखते हैं -4 दा जिहड़ा वर्ग है ये साडे कोल 16 बन जाएगा 21 नूं 4 नाल गुणा करिए साडे कोल 84 हो जाएगा माइनस माइनस प्लस हो जाएगा 84 ठीक है और बटा 2 इस तो बाद x की जिहड़ी कीमत है वो साडे कोल बन जाएगी 4 प्लस माइनस 84 ਦੇ ਵਿੱਚ ਜੇਕਰ ਅਸੀਂ 16 ਜੋੜਦੇ ਹਾਂ ਤਾਂ ਇਹ ਸਾਡੇ ਕੋਲ ਬਣ ਜਾਂਦਾ ਹੈ 100 ਠੀਕ ਹੈ ਵਟਾ 2 100 ਦਾ ਜਿਹੜਾ ਵਰਗਮੂਲ ਹੈ ਇਹ ਸਾਡੇ ਕੋਲ ਹੁੰਦਾ ਹੈ 10 ਵਟਾ 2 ਤਾਂ ਹੁਣ ਇਹਦੇ ਵਿੱਚ ਇੱਕ ਵਾਰ ਅਸੀਂ ਪਲੱਸ ਦਾ ਸਾਈਨ ਲਵਾਂਗੇ ਉਹਦੇ ਨਾਲ ਸਾਡੇ ਕੋਲ x ਦੀ ਕੀਮਤ ਆ ਜਾਏਗੀ ਇੱਕ ਵਾਰ ਮਾਈਨਸ ਦਾ ਸਾਈਨ ਲਵਾਂਗੇ ਤਾਂ x ਦੀ दूसरी कीमत आ जाएगी। तो 4 जमा 10 वटा 2 और x बराबर 4 घटाओ 10 वटा 2 ठीक है। तो ये बनेगा साडे कोल x बराबर 14 वटा 2 और ये बन जाएगा x बराबर -6 वटा 2 ठीक है। तो 14 नूं 2 दे नाल भाग करांगे साडे कोल 7 आ जाएगा इत्थे x बराबर 7 और -6 नूं 2 दे नाल भाग करांगे साडे कोल आ जाएगा -3। ਹੁਣ ਜਿਹੜੀ x ਐਕਚੁਅਲ ਦੇ ਵਿੱਚ ਅਸੀਂ ਰਹਿਮਾਨ ਦੀ ਉਮਰ ਮੰਨੀ ਸੀ तो ਰਹਿਮਾਨ ਦੀ ਜਿਹੜੀ ਉਮਰ ਹੈ ਉਹ ਨੈਗੇਟਿਵ ਤਾਂ ਹੋ ਨਹੀਂ ਸਕਦੀ ठीक है। तो ਇੱਥੇ ਅਸੀਂ ਲਿਖ ਦਾਂਗੇ ਕਿ ਸੰਭਵ नहीं है ठीक है संभव नहीं। क्यों नहीं संभव क्योंकि उम्र जिहड़ी है वो कदे भी ऋणात्मक नहीं हो सकती ठीक है। इसलिए रहमान दी वर्तमान उम्र जिहड़ी है वो साडे कोल 7 साल है। इस तरह रहमान दी वर्तमान उम्र 7 साल है ठीक। तो इस ढंग दे नाल इस शाब्दिक समस्या नूं असीं हल कर सकते हैं दो घाती समीकरण के रूप दे विच बदल के ठीक। अगला सवाल तुसीं देख सकते हो एक श्रेणी टेस्ट विच शफाली दे गणित ਅਤੇ अंग्रेजी विच प्राप्त कीते अंकां दा जोड़ 30 है जेकर उसनूं गणित विच 2 अंक वध ਅਤੇ अंग्रेजी विच 3 अंक घट मिले हुंदे ਤਾਂ ਉਸ ਦੇ ਅੰਕਾਂ ਦਾ ਗੁਣਨਫਲ 210 ਹੁੰਦਾ
उस द्वारा दोवें विषयां विच प्राप्त अंक पता करो। ठीक है, तो ਇਹਦੇ ਵਿੱਚ ਸਾਨੂੰ ਇਹ ਦਿੱਤਾ ਹੋਇਆ ਕਿ ਉਹਦੇ ਅੰਗਰੇਜ਼ੀ ਗਣਿਤ ਅਤੇ ਅੰਗਰੇਜ਼ੀ ਦੇ ਜਿਹੜੇ ਅੰਕਾਂ ਦਾ ਜੋੜ ਹੈ ਸਾਡੇ ਕੋਲ ਉਹ 30 ਹੈ। ਠੀਕ ਹੈ, तो ਇਹਦਾ ਮਤਲਬ ਅਗਰ ਅੰਗਰੇਜ਼ੀ ਦੇ ਵਿੱਚ ਜਾਂ ਗਣਿਤ ਦੇ ਵਿੱਚ ਜੇਕਰ ਅਸੀਂ ਮੰਨ ਲਈਏ ਕਿ ਉਹਦੇ ਅੰਕ ਜਿਹੜੇ x ਨੇ ਤਾਂ ਅੰਗਰੇਜ਼ੀ ਵਿੱਚ ਕਿੰਨੇ ਹੋ ਜਾਣਗੇ 30 ਘਟਾਓ x। ਠੀਕ ਹੈ, तो क्योंकि दोनों का जोड़ जो ਅਸੀਂ ਕਰਾਂਗੇ ਤਾਂ x ਨਾਲ x ਕੱਟੀ ਜਾਏਗੀ, ਸਾਡੇ ਕੋਲ 30 ਬਣ ਜਾਏਗਾ। ठीक है, तो ਇਹਨੂੰ ਅਸੀਂ ਇਸੇ ਢੰਗ ਦੇ ਨਾਲ ਲਿਖਾਂਗੇ। ਮੰਨ ਲਓ ਸ਼ੈਫਾਲੀ ਨੇ गणित ਵਿੱਚ x अंक प्राप्त किए या शैफाली द्वारा प्राप्त किए अंक। मान लो शैफाली दे गणित ਵਿੱਚ प्राप्त किए मान लो शैफाली द्वारा गणित दे प्राप्त किए अंक बराबर x। ठीक है, इस तो बाद अंग्रेजी दे प्राप्त किए अंक अंग्रेजी दे अंक जिहड़े प्राप्त किए ने वो ने 30 घटाओ x किए ने। ठीक है, क्योंकि दोनों का जोड़ साडे कोल 30 बनता है। इस तो बाद प्रश्न के अनुसार साडे कोल की है वो असीं देखना है। प्रश्न अनुसार जेकर उसनूं गणित विच 2 अंक वध अते अंग्रेजी विच 3 अंक घट मिले हुंदे। अंग्रेजी गणित विच 2 अंक वध दा भाव है कि जिहड़े अंक ने वो हुंदे x जमा 2। ठीक है ना, ਇਹਦੇ 'ਚ ਆਪਾਂ 2 जोड़ देंगे तो 2 अंक ज़्यादा हो जाएंगे। ਅਤੇ अंग्रेजी ਵਿੱਚ 3 अंक घट मिले होंगे। तो घट का मतलब है कि ਪਹਿਲਾਂ ਜਿਹੜੇ अंक मिले ने अंग्रेजी ਦੇ ਵਿੱਚ 30 माइनस x ने 30 घटाओ x, ਇਹਦੇ ਵਿੱਚੋਂ ਆਪਾਂ 3 ਹੋਰ ਘਟਾ देंगे। ठीक है, फिर ਇਹਨਾਂ ਦੋਨਾਂ ਦਾ ਜਿਹੜਾ ਗੁਣਨਫਲ ਹੈ ਉਹ ਸਾਡੇ ਕੋਲ 210 ਹੁੰਦਾ। ठीक है, तो गणित ਦੇ ਪ੍ਰਾਪਤ ਕੀਤੇ अंक x ਸੀਗੇ, ਉਹਦੇ ਵਿੱਚੋਂ 2 अंक ਵਧਾਏ ਤੇ x ਜਮਾ 2 ਹੋ ਗਿਆ। ਇੰਗਲਿਸ਼ ਦੇ ਪ੍ਰਾਪਤ ਕੀਤੇ अंक ਸਾਡੇ ਕੋਲ 30 ਘਟਾਓ x ਸੀਗੇ, तो ਇਹਦੇ ਵਿੱਚੋਂ 3 ਅਸੀਂ ਘਟਾਏ ਤਾਂ ਸਾਡੇ ਕੋਲੇ 30 ਮਾਈਨਸ x ਮਾਈਨਸ 3 ਹੋ ਗਿਆ। ਇਹਨਾਂ ਦੋਨਾਂ ਦੀ ਜਿਹੜੀ ਗੁਣਨਫਲ ਹੈ ਉਹ ਸਾਡੇ ਕੋਲ 210 ਦੇ ਬਰਾਬਰ ਹੋਣੀ ਚਾਹੀਦੀ ਹੈ ਪ੍ਰਸ਼ਨ ਦੇ ਅਨੁਸਾਰ। ਠੀਕ ਹੈ, ਤਾਂ ਹੁਣ ਅਸੀਂ ਇਹਦੇ ਵਿੱਚੋਂ x ਦੀ ਕੀਮਤ ਪਤਾ ਕਰਾਂਗੇ। ਸਭ ਤੋਂ ਪਹਿਲਾਂ ਨੂੰ ਹੱਲ ਕਰਦੇ ਹਾਂ, ਸਾਡੇ ਕੋਲ x ਜਮਾ 2 ਬਣੇਗਾ ਔਰ 30 ਦੇ ਵਿੱਚੋਂ ਜੇਕਰ ਅਸੀਂ 3 ਘਟਾਉਂਦੇ ਹਾਂ ਤਾਂ ਇਹ ਸਾਡੇ ਕੋਲ 27 ਘਟਾਓ x ਬਣ ਜਾਂਦਾ ਹੈ ਬਰਾਬਰ 210। तो ਖੱਬੇ ਪਾਸੇ ਬ੍ਰੈਕਟਸ ਨੂੰ ਆਪਾਂ ਪਹਿਲਾਂ ਸੋਲਵ ਕਰਾਂਗੇ। x ਨੂੰ 27 ਦੇ ਨਾਲ ਕੀਤਾ ਤੇ 27x, x ਨੂੰ x ਨਾਲ ਕੀਤਾ तो माइनस x स्क्वायर। ठीक है, 27 ਨੂੰ 2 ਨਾਲ ਕੀਤਾ ਤੇ ਸਾਡੇ ਕੋਲ 54 ਆ ਜਾਏਗਾ, ਫਿਰ 2 ਨੂੰ x ਨਾਲ ਕੀਤਾ ਤੇ माइनस 2x ਬਣੇਗਾ ਬਰਾਬਰ 210। ठीक, ਇਸ ਤੋਂ ਬਾਅਦ ਹੁਣ ਇਹ ਸਾਡੇ ਕੋਲ ਜਿਹੜੀ x ਸਕੁਆਇਰ ਵਾਲੀ ਟਰਮ ਹੈ ਇਹਨੂੰ ਅਸੀਂ ਸਭ ਤੋਂ ਪਹਿਲਾਂ ਲਿਖਾਂਗੇ ਮਾਈਨਸ x ਸਕੁਆਇਰ। ਇਸ ਤੋਂ ਬਾਅਦ 27x ਤੇ 2x, 27 ਚੋਂ 2 ਅਸੀਂ ਘਟਾਵਾਂਗੇ, ਸਾਡੇ ਕੋਲ 25x ਬਣ ਜਾਂਦਾ ਤੇ ਇਹ ਸਾਡੇ ਕੋਲ प्लस 54 है और 210 ਨੂੰ ਅਸੀਂ इधर शिफ्ट कर लेने माइनस 210 बराबर 0। ठीक है, तो ये ਸਾਡੇ ਕੋਲ ਬਣੇਗਾ माइनस x स्क्वायर प्लस 25 25x। 54 ਦੇ ਵਿੱਚੋਂ 210 ਅਸੀਂ ਘਟਾਣੇ, तो ਅਸੀਂ ਇਹਦੇ ਵਿੱਚ 210 ਦੇ ਵਿੱਚੋਂ 54 ਘਟਾਵਾਂਗੇ ਪਰ ਸਾਈਨ ਜਿਹੜਾ ਉਹ ਮਾਈਨਸ ਦਾ ਲਗਾਵਾਂਗੇ ਕਿਉਂਕਿ ਜਿਹੜੇ 210 ਨੇ ਵੱਡੀ ਰਕਮ ਹੈ ਉਹ ਸਾਡੇ ਕੋਲ ਮਾਈਨਸ ਦੀ ਹੈ। तो 10 ਦੇ ਵਿੱਚੋਂ 4 ਅਸੀਂ ਘਟਾਵਾਂਗੇ, ਸਾਡੇ ਕੋਲ 6 ਆਉਂਦਾ ਹੈ, ਇੱਥੇ ਫਿਰ ਅਸੀਂ ਹਾਸਲ ਲਵਾਂਗੇ। तो 10 ਦੇ ਵਿੱਚੋਂ 5 ਘਟਾਏ 5 ਆਉਂਦਾ ਹੈ 1। ਇਹ ਸਾਡੇ ਕੋਲ ਬਣ ਜਾਏਗਾ 156 ਮਾਈਨਸ 156 ਬਰਾਬਰ 0। ਇਹਦੇ ਵਿੱਚੋਂ ਜੇਕਰ ਅਸੀਂ ਮਾਈਨਸ ਦਾ ਸਾਈਨ ਜਿਹੜਾ ਉਹ ਸਾਂਝਾ ਕੱਢ ਲਈਏ ਤਾਂ ਇਹ ਸਾਡੇ ਕੋਲ ਬਣੇਗਾ x ਸਕੁਆਇਰ ਮਾਈਨਸ 25x प्लस 156 बराबर 0। ठीक है, जो घटाओ का साइन जो ਅਸੀਂ ਬਾਹਰ ਕੱਢਿਆ तो ਸਾਰੀਆਂ ਜਿਹੜੀਆਂ ਟਰਮਸ ਨੇ ਸਾਡੇ ਕੋਲ ਜਿੰਨੇ ਵੀ ਪਦ ਨੇ ਉਹਨਾਂ ਦਾ ਸਾਈਨ ਜਿਹੜਾ ਉਹ ਚੇਂਜ ਹੋ ਜਾਏਗਾ। ठीक है, तो माइनस ਜਿਹੜਾ ਹੈ ਉਧਰ 0 ਨਾਲ ਖਤਮ ਹੋ ਜਾਏਗਾ। ਸਾਡੇ ਕੋਲ ਜਿਹੜੀ 2 ਘਾਤੀ ਸਮੀਕਰਨ ਹੈ ਉਹ ਬਚੇਗੀ x ਦਾ ਵਰਗ ਮਾਈਨਸ 25x ਜਮਾ 156 ਬਰਾਬਰ 0। ठीक है, ਇਸੇ ਚੀਜ਼ ਨੂੰ ਆਪਾਂ ਇੱਥੇ ਵੀ ਕਰ ਸਕਦੇ ਸੀ ਅਗਰ ਅਸੀਂ ਇਹ ਸਾਰੀਆਂ ਜਿਹੜੀਆਂ ਖੱਬੇ ਪਾਸੇ ਜਿੰਨੀਆਂ ਵੀ ਰਕਮਾਂ ਸੀ ਸਾਡੇ ਕੋਲ ਇਹਨਾਂ ਸਭ ਨੂੰ ਅਸੀਂ ਸੱਜੇ ਪਾਸੇ ਲੈ ਜਾਂਦੇ ਤਾਂ ਸਾਡੇ ਕੋਲ x ਸਕੁਆਇਰ ਜਿਹੜਾ ਉਹ ਪਹਿਲਾਂ ਹੀ ਜਮਾ ਦਾ ਹੋ ਜਾਣਾ ਸੀ, ਫਿਰ ਵੀ ਸਾਡੇ ਕੋਲ ਇਹੀ ਜਿਹੜੀ 2 ਘਾਤੀ ਸਮੀਕਰਨ ਉਹ ਪ੍ਰਾਪਤ ਹੋਣੀ ਸੀ।
तो हुण साडे कोल तीन तरीके ने जिहदे नाल इस समीकरण नूं असीं हल कर सकते हैं। सब तो पहला असीं गुणनखंड विधि जिहड़ी ਉਹ ਸਿੱਖੀ ਸੀ इस लैसन ਦੇ ਵਿੱਚ ਦੋ ਘਾਤੀ ਸਮੀਕਰਨ ਦੇ ਮੂਲ ਪਤਾ ਕਰਨ ਲਈ ਗੁਣਨਖੰਡ ਵਿਧੀ ਜਿਹਨੂੰ ਫੈਕਟਰਾਈਜੇਸ਼ਨ ਮੈਥਡ ਕਹਿੰਦੇ ਆਪਾਂ। ਉਸ ਤੋਂ ਬਾਅਦ ਫਿਰ ਅਸੀਂ ਪੂਰਨ ਵਰਗ ਵਿਧੀ ਕੰਪਲੀਟਿੰਗ ਦਾ ਸਕੁਆਇਰ ਮੈਥਡ, ਫਿਰ ਦੋ ਘਾਤੀ ਸੂਤਰ ਦੀ ਵਰਤੋਂ ਕਰਕੇ। ਠੀਕ ਹੈ, तो ਇਹਦੇ 'ਚ ਹੁਣ ਅਸੀਂ ਕੋਈ ਵੀ ਤਿੰਨਾਂ ਚੋਂ ਮੈਥਡ ਯੂਜ਼ ਕਰ ਸਕਦੇ ਹਾਂ, ਉਹਦੇ ਨਾਲ ਸਾਡੇ ਕੋਲ ਆਨਸਰ ਜਿਹੜਾ ਉਹ ਬਰਾਬਰ ਹੀ ਆਏਗਾ। तो ਇਹਦੇ 'ਚ ਅਸੀਂ ਜਿਹੜਾ ਮਿਡਲ ਟਰਮ ਹੈ ਉਹਨੂੰ ਸਪਲਿਟ ਕਰਕੇ ਕਰ ਲੈਂਦੇ ਹਾਂ, ਜਿਹਦੇ 'ਚ ਅਸੀਂ ਦੋ ਨੰਬਰ ਲੱਭਦੇ ਹੁੰਦੇ ਹਾਂ ਕਿ ਜਿਨ੍ਹਾਂ ਦਾ ਜੋੜ ਸਾਡੇ ਕੋਲ ਜਿਹੜਾ 25 ਦੇ ਬਰਾਬਰ ਬਣੇ ਤੇ ਗੁਣਨਫਲ ਜਿਹੜਾ ਹੈ ਉਹ ਸਾਡੇ ਕੋਲ 156 ਦੇ ਬਰਾਬਰ ਬਣੇ। ਠੀਕ ਹੈ, ए सी ਅਸੀਂ ਪਤਾ ਕਰਦੇ ਹੁੰਦੇ ਆ। ए ਸਾਡੇ ਕੋਲ ਪਹਿਲਾਂ ਹੀ ਇਹਦੇ 'ਚ ਇੱਕ ਹੈ, ਤਾਂ ਗੁਣਨਫਲ ਸਾਡੇ ਕੋਲ 56 ਬਣਨਾ ਚਾਹੀਦਾ ਤੇ ਜੋੜ ਸਾਡੇ ਕੋਲ 25 ਬਣਨਾ ਚਾਹੀਦਾ। ਇਹੋ ਜਿਹੀਆਂ ਕਿਹੜੀਆਂ ਦੋ ਰਕਮਾਂ ਹੋ ਸਕਦੀਆਂ? ਜੇ ਤਾਂ ਡਾਇਰੈਕਟ ਤੁਹਾਡੇ ਧਿਆਨ 'ਚ ਆ ਜਾਂਦੀਆਂ ਨੇ ਤੇ ਠੀਕ ਹੈ, ਅਗਰ ਨਹੀਂ ਆਉਂਦੀਆਂ ਤਾਂ ਅਸੀਂ 156 ਦਾ ਅਪਾਜ ਗੁਣਨਖੰਡੀਕਰਨ ਕਰਕੇ ਵੀ ਪਤਾ ਕਰ ਸਕਦੇ ਹਾਂ। ਤਾਂ ਇਹਨੂੰ ਸਭ ਤੋਂ ਪਹਿਲਾਂ ਅਸੀਂ 2 ਨਾਲ ਕਰਦੇ ਹਾਂ, ਸਾਡੇ ਕੋਲ 7 ਤੇ 8, ਫਿਰ 2 ਨਾਲ ਕਰਾਂਗੇ ਤਾਂ ਸਾਡੇ ਕੋਲ 3 ਤੇ 9 ਆ ਜਾਏਗਾ, ਫਿਰ 3 ਨਾਲ ਕਰਾਂਗੇ ਸਾਡੇ ਕੋਲ 13 ਆ ਜਾਏਗਾ। ਠੀਕ ਹੈ, ਤਾਂ 156 ਨੂੰ ਅਸੀਂ ਲਿਖ ਸਕਦੇ ਹਾਂ 13 ਗੁਣਾ ਇਹਨਾਂ ਤਿੰਨਾਂ ਨੂੰ ਆਪਸ ਗੁਣਾ ਅਗਰ ਕਰਕੇ ਦੇਖੀਏ, 3 ਦੂਣੀ 6, 6 ਦੂਣੀ 12 ਬਣਦੇ ਨੇ। तो 12 ਨੂੰ 13 ਨਾਲ ਗੁਣਾ ਕੀਤਾ 156 ਬਣਦੇ ਨੇ, ਔਰ 12 ਤੇ 13 ਨੂੰ ਜੇਕਰ ਅਸੀਂ ਜੋੜਾਂਗੇ ਤਾਂ ਸਾਡੇ ਕੋਲ 25 ਬਣਦਾ। ਤਾਂ ਇਹ ਦੋਨੋਂ ਸਾਡੇ ਕੋਲ ਲੋੜੀਂਦੀਆਂ ਜਿਹੜੀਆਂ ਸੰਖਿਆਵਾਂ ਬਣ ਜਾਂਦੀਆਂ ਨੇ, ਇਹਨੂੰ ਅਸੀਂ ਲਿਖ ਸਕਦੇ ਹਾਂ -13x -12x ਜਮਾ 156 ਬਰਾਬਰ 0। ਠੀਕ ਹੈ, ਇਹਨਾਂ ਦੋਨਾਂ ਦੇ ਵਿੱਚੋਂ x ਸਾਂਝਾ ਲਵਾਂਗੇ, ਇਹਨਾਂ ਦੋਨਾਂ ਦੇ ਵਿੱਚੋਂ ਅਸੀਂ 12 ਸਾਂਝਾ ਲਵਾਂਗੇ। ਇਹ ਬਣੇਗਾ x -13, और इतों 12 जेकर असीं घटाने हैं तो -12 कॉमन लिया, साडे कोल x -13 बराबर 0 आ जाएगा। ठीक, तो ये बनेगा x -13 x -12 बराबर 0, x बराबर 13 x बराबर सो इत्थे जां तां साडे कोल जिहड़ा x -13 0 होएगा, जां फिर साडे कोल x घटाओ 12 0 होएगा। ठीक है, इतों साडे कोल x बराबर 13 आ जाएगा और इतों साडे कोल x बराबर 12 आ जाएगा। तो साडे कोल x ਦੀਆਂ ਦੋ ਕੀਮਤਾਂ ਹੋ ਗਈਆਂ ਇਹਦੇ ਵਿੱਚ। तो ਜਾਂ ਤਾਂ ਜਿਹੜੇ ਗਣਿਤ ਦੇ ਅੰਕ ਨੇ, ਅਸੀਂ ਇਹ ਦੇਖਿਆ ਸੀ ਨਾ ਕਿ x ਦੀ ਕੀਮਤ ਦਾ ਮਤਲਬ ਹੈ ਕਿ ਗਣਿਤ ਦੇ ਅੰਕ। तो x ਦੀ ਕੀਮਤ ਸਾਡੇ ਕੋਲ 12 ਬਣਦੀ ਹੈ, तो ਇਹਦਾ ਮਤਲਬ ਜਾਂ ਤਾਂ ਗਣਿਤ ਦੇ ਅੰਕ 13 ਨੇ ਜਾਂ ਫਿਰ ਗਣਿਤ ਦੇ ਅੰਕ 12 ਨੇ। तो केस 2 ਸਾਡੇ ਕੋਲ ਇਹਦੇ ਚ ਬਣਨਗੇ। ਆਪਾਂ ਇਸ ਤਰ੍ਹਾਂ ਲਿਖ ਲੈਨੇ ਆ, ਜੇਕਰ x ਬਰਾਬਰ 13 ਹੈ ਤਾਂ 30 - x ਸਾਡੇ ਕੋਲ ਕੀ ਬਣੇਗਾ? 30 - x ਬਰਾਬਰ 30 ਘਟਾਓ 13 ਬਰਾਬਰ 17। ਜੇਕਰ x ਬਰਾਬਰ 12 ਹੈ ਤਾਂ 30 ਘਟਾਓ x ਦੀ ਕੀਮਤ ਜਿਹੜੀ ਸਾਡੇ ਕੋਲ ਉਹ ਕੀ ਹੋ ਜਾਏਗੀ? 30 ਘਟਾਓ 12 ਬਰਾਬਰ 30 ਚੋਂ 12 ਘਟਾਵਾਂਗੇ ਸਾਡੇ ਕੋਲ 18 ਬਣੇਗਾ। ਠੀਕ ਹੈ, तो ਕਹਿਣ ਦਾ ਭਾਵ ਹੈ ਸਾਡੇ ਕੋਲ ਜੇ ਗਣਿਤ ਦੇ ਅੰਕ ਸਾਡੇ ਕੋਲ 13 ਬਣਦੇ ਨੇ ਤਾਂ ਅੰਗਰੇਜ਼ੀ ਦੇ ਅੰਕ ਜਿਹੜੇ ਉਹ 17 ਬਣਨਗੇ। ਜੇਕਰ ਗਣਿਤ ਦੇ ਅੰਕ 12 ਨੇ ਤਾਂ ਉਹਦੇ ਕੋਰਸਪੋਂਡਿੰਗ ਸਾਡੇ ਕੋਲ ਅੰਗਰੇਜ਼ੀ ਦੇ ਅੰਕ ਜਿਹੜੇ ਉਹ 18 ਹੋਣਗੇ। ਠੀਕ ਹੈ, तो ਅਸੀਂ ਅਖੀਰ ਦੇ ਵਿੱਚ ਇੱਥੇ ਲਿਖ ਦਿੰਨੇ ਆ कि जेकर शफाली ने गणित विच 13 अंक प्राप्त किए ने तो अंग्रेजी विच 17 अंक प्राप्त किए ने। सो जे शफाली गणित विच 13 अंक प्राप्त करती है ਤਾਂ ਅੰਗਰੇਜ਼ੀ ਵਿੱਚ ਉਸਦੇ ਅੰਕ 17 ਹਨ। ਪਰ ਜੇ ਸ਼ੈਫਾਲੀ गणित विच 12 अंक प्राप्त करती है तो अंग्रेजी विच
ਉਸ ਦੇ ਅੰਕ 18 ਹਨ। ਠੀਕ ਹੈ, 13 ਤੇ 17, 12 ਤੇ 18 ਦੋਨਾਂ ਦਾ ਜੋੜ ਜਿਹੜਾ ਉਹ ਸਾਡੇ ਕੋਲ 30 ਹੀ ਬਣੇਗਾ। ਤੋ ਇਹਦੇ ਨਾਲ ਦਿੱਤੀ ਹੋਈ ਕੰਡੀਸ਼ਨ ਦੇ ਵਿੱਚ ਅਸੀਂ ਸ਼ੈਫਾਲੀ ਦੇ ਜਿਹੜੇ ਅੰਕ ਦੋਨੋਂ ਵਿਸ਼ਿਆਂ ਦੇ ਪ੍ਰਾਪਤ ਕਰ ਲਏ ਹਨ। ਠੀਕ ਹੈ ਸਟੂਡੈਂਟਸ, ਤੋਂ ਮੈਨੂੰ ਉਮੀਦ ਹੈ ਕਿ ਹਰ ਇੱਕ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਤੁਸੀਂ ਸਮਝਿਆ ਹੋਵੇਗਾ। ਫਿਰ ਵੀ ਕੋਈ ਚੀਜ਼ ਨਹੀਂ ਪਤਾ ਲੱਗਦੀ ਤੇ ਵੀਡੀਓ ਨੂੰ ਰਿਪੀਟ ਕਰਕੇ ਜਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਅੱਜ ਦੇ ਲਈ ਇੰਨਾ ਹੀ, ਫਿਰ ਅਸੀਂ ਨੈਕਸਟ ਵੀਡੀਓ ਦੇ ਵਿੱਚ ਇਸੇ ਐਕਸਰਸਾਈਜ਼ ਦੇ ਇਸੇ ਅਭਿਆਸ ਦੇ ਅਗਲੇ ਸਵਾਲ ਜਿਹੜੇ ਉਹ ਹੱਲ ਕਰਾਂਗੇ। ਠੀਕ ਹੈ, ਤਾਂ ਉਦੋਂ ਤੱਕ ਸਤਿ ਸ਼੍ਰੀ ਅਕਾਲ।